वेलकम टू साइंस क्लास। ना तू राजी दी कुड़ी है? मैं तो देखदी ही पछाण लिया सी कि राजी दी कुड़ी है। तू करतारे दा मुंडा है? ओही कद काठ ओही मुहांदरा, देखदे ही पता लगदा कि करतारे दा मुंडा है। बच्चों, ਇਹੋ ਜਿਹੀਆਂ ਗੱਲਾਂ ਤੁਸੀਂ ਆਪਣੇ ਆਲੇ ਦੁਆਲਿਓਂ ਸੁਣਦੇ ਹੀ ਰਹਿੰਦੇ ਹੋ। ਸਾਡੇ ਬਜ਼ੁਰਗ ਜਾਂ ਰਿਸ਼ਤੇਦਾਰ ਉਹ ਸਾਨੂੰ ਕਹਿੰਦੇ ਨੇ ਕਿ ਹਾਂ ਤੂੰ ਬਿਲਕੁਲ ਆਪਣੀ ਮੰਮੀ ਵਰਗੀ ਲੱਗਦੀ ਹੈ, ਜਾਂ ਤੂੰ ਆਪਣੇ ਦਾਦੇ ਵਰਗਾ ਲੱਗਦਾ ਹੈ, ਜਾਂ ਤੇਰਾ ਮੁਹਾਂਦਰਾ ਜਿਹੜਾ ਬਿਲਕੁਲ ਤੇਰੀ ਭੂਆ ਵਰਗਾ ਲੱਗਦਾ ਹੈ। ਤਾਂ ਬੱਚਿਓ, ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ, ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਤੱਕ ਇਹ ਗੁਣ ਜਿਹੜੇ ਨੇ ਉਹ ਕਿੱਦਾਂ ਪਹੁੰਚੇ? ਤਾਂ ਪਿਆਰੇ ਬੱਚਿਓ, ਮੈਂ ਗਗਨਦੀਪ ਕੌਰ, ਸਾਇੰਸ ਮਿਸਟਰਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੋਡਰਪੁਰ, ਜ਼ਿਲ੍ਹਾ ਪਟਿਆਲਾ, ਅੱਜ ਆਪ ਸਭ ਜੀ ਨਾਲ ਜਿਸ ਵਿਸ਼ੇ ਉੱਤੇ ਚਰਚਾ ਕਰਨ ਜਾ ਰਹੀ ਹਾਂ ਉਹ ਹੈ ਅਨੁਵੰਸ਼ਿਕਤਾ ਤੇ ਜੀਵ ਵਿਕਾਸ। ਬੱਚਿਓ, ਇਹ ਪਾਠ 10ਵੀਂ ਕਲਾਸ ਦੀ ਸਾਇੰਸ ਦਾ ਹੈ। ਤਾਂ ਇਸ ਪਾਠ ਦੇ ਵਿੱਚ ਹੀ ਤੁਹਾਨੂੰ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਜਵਾਬ ਜਿਹੜੇ ਨੇ ਉਹ ਮਿਲਣਗੇ ਕਿ ਆਖਿਰ ਮਾਪਿਆਂ ਤੋਂ ਜਾਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਗੁਣ ਪਾਸ ਕਿੱਦਾਂ ਹੋਏ। ਹੈ ਨਾ ਇੰਟਰਸਟਿੰਗ ਟੌਪਿਕ? ਤੇ ਬੱਚਿਓ, ਇਹ ਟੌਪਿਕ ਨਵਾਂ ਵੀ ਹੈ, ਇਹਨੂੰ ਤੁਸੀਂ ਪਹਿਲੀ ਵਾਰੀ ਪੜ੍ਹਨ ਜਾ ਰਹੇ ਹੋ। ਤਾਂ ਮੈਂ ਚਾਹਾਂਗੀ ਕਿ ਤੁਸੀਂ ਆਪਣੀ ਕਾਪੀ ਤੇ ਪੈਨ ਜਿਹੜਾ ਹੈ ਉਹ ਨਾਲ ਰੱਖੋ ਤੇ ਕੁਝ ਇੰਪੋਰਟੈਂਟ ਟਰਮਸ ਨੂੰ ਨੋਟ ਕਰੋ। ਸੋ ਬੱਚਿਓ, ਅਸੀਂ ਪਹਿਲਾਂ ਕੁਝ ਇੰਪੋਰਟੈਂਟ ਡੈਫੀਨੇਸ਼ਨਸ ਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਜਿਸ ਦੇ ਬਾਰੇ ਅਸੀਂ ਗੱਲ ਕਰਾਂਗੇ ਉਹ ਹੈ ਅਨੁਵੰਸ਼ਿਕਤਾ, ਹੈਰੀਡਿਟੀ। ਸੋ ਬੱਚਿਓ, ਅਨੁਵੰਸ਼ਿਕਤਾ ਜਾਂ ਹੈਰੀਡਿਟੀ ਕੀ ਹੈ? ਜੇਕਰ ਪਰਿਭਾਸ਼ਾ ਦੀ ਗੱਲ ਕਰੀਏ, ਮਾਂ-ਬਾਪ ਦੇ ਗੁਣ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ, ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਤੱਕ, ਦਾਦੇ ਤੋਂ ਫਾਦਰ ਤੱਕ ਜਾਂ ਨਾਨਾ ਨਾਨੀ ਤੋਂ ਮਦਰ ਤੱਕ, ਮਦਰ ਤੋਂ ਸਾਡੇ ਤੱਕ, ਸੋ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਤੱਕ ਸੰਤਾਨ ਰਾਹੀਂ, ਸਾਡੇ ਰਾਹੀਂ ਜਾਨ ਨੂੰ ਅਨੁਵੰਸ਼ਿਕਤਾ ਕਹਿੰਦੇ ਹਨ। ਕਲੀਅਰ ਹੈ ਬੱਚੇ ਡੈਫੀਨੇਸ਼ਨ ਅਨੁਵੰਸ਼ਿਕਤਾ ਦੀ, ਜਿਹਨੂੰ ਅਸੀਂ ਅੰਗਰੇਜ਼ੀ ਭਾਸ਼ਾ 'ਚ ਹੈਰੀਡਿਟੀ ਆਖਦੇ ਹਾਂ। ਸੋ ਅਨੁਵੰਸ਼ਿਕਤਾ ਜਾਂ ਹੈਰੀਡਿਟੀ ਕੀ ਹੈ? ਮਾਂ-ਬਾਪ ਦੇ ਗੁਣ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਸੰਤਾਨ ਰਾਹੀਂ ਜਾਨ ਨੂੰ ਅਨੁਵੰਸ਼ਿਕਤਾ ਕਹਿੰਦੇ ਹਨ। ਕਲੀਅਰ ਹੈ ਬੱਚੇ? ਦੂਜੀ ਡੈਫੀਨੇਸ਼ਨ ਅਸੀਂ ਕਰਾਂਗੇ ਵਿਭਿੰਨਤਾ ਦੀ, ਵੇਰੀਏਸ਼ਨ। ਵਿਭਿੰਨਤਾ ਜਾਂ ਵੇਰੀਏਸ਼ਨ ਕੀ ਹੈ? ਬੱਚਿਓ, ਜਦੋਂ ਅਸੀਂ ਗੱਲ ਵਿਭਿੰਨਤਾ ਜਾਂ ਵੇਰੀਏਸ਼ਨ ਦੀ ਕਰਨੀ ਹੈ ਤਾਂ ਅਸੀਂ ਦੇਖਦੇ ਹੀ ਹਾਂ ਕਿ ਅਸੀਂ ਇੱਕੋ ਹੀ ਮਾਂ-ਬਾਪ ਦੇ ਬੱਚੇ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਭੈਣ ਭਰਾਵਾਂ ਤੋਂ ਵੱਖ ਦਿਖਦੇ ਹਾਂ। ਐਂਡ ਅਸੀਂ ਆਪਣੇ ਆਲੇ ਦੁਆਲੇ ਵੀ ਜੇ ਸੁਸਾਇਟੀ 'ਚ ਨਜ਼ਰ ਮਾਰੀਏ ਤਾਂ ਅਸੀਂ ਸਾਰੇ ਹੀ ਹੋਮੋਸੇਪੀਅਨਸ, ਮਨੁੱਖੀ ਪ੍ਰਜਾਤੀ ਨੂੰ ਬਿਲੋਂਗ ਕਰਨ ਦੇ ਬਾਵਜੂਦ ਵੀ ਇੱਕ ਦੂਜੇ ਤੋਂ ਵੱਖ ਦਿਖਦੇ ਹਾਂ। ਇੱਥੇ ਮੈਂ ਗੱਲ ਕੀਤੀ ਇੱਕੋ ਹੀ ਪ੍ਰਜਾਤੀ ਦੇ ਜੀਵਾਂ ਦੀ, ਮਤਲਬ ਅਸੀਂ ਸਿਰਫ ਜੇ ਅਸੀਂ ਆਪਣੇ ਬਾਰੇ ਗੱਲ ਕਰ ਰਹੇ ਹਾਂ ਤਾਂ ਅਸੀਂ ਗੱਲ ਕਰ ਰਹੇ ਹਾਂ ਕਿ ਸਿਰਫ ਮਨੁੱਖੀ ਪ੍ਰਜਾਤੀ ਦੀ। ਸੋ ਅਸੀਂ ਇਹ ਨਹੀਂ ਦੇਖ ਰਹੇ ਕਿ ਅਸੀਂ ਬਿੱਲੀ ਤੋਂ ਕਿੱਦਾਂ ਵੱਖ ਦਿਖਦੇ ਹਾਂ, ਅਸੀਂ ਦੂਜੀ ਪ੍ਰਜਾਤੀ ਦੀ ਗੱਲ ਨਹੀਂ ਕਰ ਰਹੇ। ਅਸੀਂ ਇੱਥੇ ਵਿਭਿੰਨਤਾ ਜਾਂ ਜਿਹੜੇ ਫਰਕ ਨੇ, ਅੰਤਰ ਨੇ, ਉਹ ਇੱਕੋ ਹੀ ਪ੍ਰਜਾਤੀ ਦੇ ਜੀਵਾਂ ਦੇ ਵਿਚਲੇ ਅੰਤਰਾਂ, ਜੀਵਾਂ ਦੇ ਵਿਚਲੇ ਫਰਕਾਂ ਦੇ ਬਾਰੇ ਗੱਲ ਕਰਾਂਗੇ। ਸੋ ਇੱਕੋ ਜਾਤੀ ਦੇ ਜੀਵਾਂ ਵਿੱਚ ਛੋਟੇ-ਛੋਟੇ ਅੰਤਰ, ਹੁਣ ਇਹ ਗੱਲ ਕੀਤੀ ਕਿ ਅਸੀਂ ਆਪਣੇ ਆਲੇ ਦੁਆਲੇ ਨਜ਼ਰ ਮਾਰੀਏ ਤਾਂ ਸਾਨੂੰ ਬਹੁਤ ਫਰਕ ਦਿਖਦੇ, ਅਸੀਂ ਇੱਕ ਦੂਜੇ ਤੋਂ ਵੱਖ ਦਿਖਦੇ ਹਾਂ। ਅਸੀਂ ਕਿਤੇ ਕਿਸੇ ਨੂੰ ਦੇਖ ਕੇ ਪਛਾਣ ਲੈਂਦੇ ਹਾਂ ਕਿ ਵੀ ਉਸ ਦੇਸ਼ ਦਾ ਹੋਏਗਾ ਜਾਂ ਇਸ ਦੇਸ਼ ਦਾ ਹੋਏਗਾ। ਹੋਰ ਤੋਂ ਹੋਰ ਅਸੀਂ ਭਾਰਤ ਵਿੱਚ ਹੀ, ਇੰਡੀਆ ਦੇ ਵਿੱਚ ਵੀ ਅਸੀਂ ਦੇਖ ਕੇ ਪਛਾਣ ਲੈਂਦੇ ਹਾਂ ਕਿ ਇਹ ਜਿਹੜਾ ਪਰਸਨ ਹੈ ਸਾਹਮਣੇ ਵਾਲਾ, ਇਹ ਕਸ਼ਮੀਰੀ ਹੋਏਗਾ, ਜਾਂ ਦੇਖਦੇ ਹੀ ਪਛਾਣ ਲੈਂਦੇ ਹਾਂ ਕਿ ਇਹ ਸਾਊਥ ਇੰਡੀਅਨ ਹੋਏਗਾ, ਜਾਂ ਦੇਖਦੇ ਹੀ ਪਛਾਣ ਲੈਂਦੇ ਹਾਂ ਕਿ ਵੀ ਇਹ ਤਾਂ ਪਹਾੜੀ ਇਲਾਕੇ, ਈਸਟਰਨ ਸਾਈਡ ਤੋਂ ਹੋਏਗਾ। ਸੋ ਇਹ ਸਾਰੇ ਹੀ ਅਸੀਂ ਸਾਰੇ ਹੀ ਕੀ ਹਾਂ? ਮਨੁੱਖ ਹਾਂ, ਪਰ ਇੱਕੋ ਹੀ ਪ੍ਰਜਾਤੀ ਦੇ ਜੀਵਾਂ ਦੇ ਵਿੱਚ ਕੀ ਨੇ? ਛੋਟੇ-ਛੋਟੇ ਅੰਤਰ ਨੇ, ਛੋਟੇ-ਛੋਟੇ ਫਰਕ ਨੇ, ਤੇ ਇੱਕੋ ਹੀ ਮਾਂ-ਬਾਪ ਦੀ ਸੰਤਾਨ ਵਿੱਚ ਪਾਏ ਜਾਣ ਵਾਲੇ ਅੰਤਰ ਨੂੰ ਵਿਭਿੰਨਤਾ ਕਹਿੰਦੇ ਹਨ। ਕਲੀਅਰ ਹੈ ਬੱਚੇ ਡੈਫੀਨੇਸ਼ਨ ਵਿਭਿੰਨਤਾ ਦੀ? ਇੱਕ ਵਾਰੀ ਫਿਰ ਦੁਹਰਾ ਦਿੰਨੀ ਆ। ਇੱਕੋ ਪ੍ਰਜਾਤੀ ਦੇ ਜੀਵਾਂ ਦੇ ਵਿੱਚ ਛੋਟੇ-ਛੋਟੇ ਅੰਤਰ ਤੇ ਇੱਕੋ ਹੀ ਮਾਂ-ਬਾਪ ਦੇ, ਮਤਲਬ ਸਾਡੇ ਭੈਣ ਭਰਾਵਾਂ ਦੇ ਵੀ ਆਪਸ ਦੇ ਵਿੱਚ ਇੱਕੋ ਮਾਂ-ਬਾਪ ਦੀ ਸੰਤਾਨ ਵਿੱਚ ਪਾਏ ਜਾਣ ਵਾਲੇ ਅੰਤਰਾਂ ਨੂੰ, ਛੋਟੇ-ਛੋਟੇ ਫਰਕਾਂ ਨੂੰ
ਵਿਭਿੰਨਤਾ ਵੇਰੀਏਸ਼ਨਸ ਆਖਦੇ ਆ। ਬੱਚੇ ਇੱਥੇ ਹੀ ਗੱਲ ਕਰਨੀ ਬਹੁਤ ਹੀ ਜ਼ਰੂਰੀ ਹੋ ਜਾਂਦੀ ਹੈ ਕਿ ਵਿਭਿੰਨਤਾਵਾਂ ਕਿਉਂ ਜ਼ਰੂਰੀ ਨੇ। ਆਖਿਰ ਵਿਭਿੰਨਤਾਵਾਂ ਦਾ ਕੀ ਰੋਲ ਹੈ, ਕਿਉਂ ਅਸੀਂ ਸਾਰੇ ਇੱਕ ਦੂਜੇ ਤੋਂ ਵੱਖ ਦਿਖਦੇ ਆ, ਤੇ ਕੀ ਇੱਕ ਦੂਜੇ ਤੋਂ ਵੱਖ ਦਿਖਣਾ ਸਾਨੂੰ ਸਾਡੇ ਵਾਤਾਵਰਣ ਵਿੱਚ ਕਿਸੇ ਵੀ ਤਰ੍ਹਾਂ ਸਰਵਾਈਵਲ ਦੇ ਵਿੱਚ ਕਿਸੇ ਵੀ ਤਰ੍ਹਾਂ ਸਹਾਈ ਹੈ। ਤਾਂ ਬੱਚੇ ਇਹਦੇ ਲਈ ਮੈਂ ਤੁਹਾਡੇ ਨਾਲ ਕੁਝ ਜਿਹੜੀਆਂ ਨੇ ਉਦਾਹਰਨਾਂ ਬਾਰੇ ਗੱਲ ਕਰਾਂਗੀ। ਬੱਚੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਦੇ ਹਾਂ ਕਿ ਵੀ ਵੇਰੀਏਸ਼ਨ ਕਿਉਂ ਆਈ, ਕਿ ਆਖਰ ਫਰਕ ਕਿਉਂ ਆਉਂਦੇ ਨੇ। ਸੋ ਅਸੀਂ ਪ੍ਰਜਨਨ ਵਾਲੇ ਪਾਠ ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਮਨੁੱਖਾਂ ਦੇ ਵਿੱਚ ਲਿੰਗੀ ਪ੍ਰਜਨਨ ਹੁੰਦਾ ਹੈ, ਲਿੰਗੀ ਸੈਕਸੁਅਲ ਰੀਪਰੋਡਕਸ਼ਨ ਹੁੰਦੀ ਹੈ। ਮਤਲਬ ਕੁਝ ਗੁਣ ਸਾਡੇ 'ਚ ਸਾਡੀ ਮਾਂ ਤੋਂ, ਕੁਝ ਗੁਣ ਸਾਡੇ 'ਚ ਸਾਡੇ ਪਿਓ ਤੋਂ ਆਉਂਦੇ ਨੇ, ਤੇ ਇਸ ਕਰਕੇ ਜਿਹੜੀ ਅਗਲੀ ਸੰਤਾਨ ਹੈ ਉਹਦੇ ਵਿੱਚ ਦੋਵਾਂ ਮਾਪਿਆਂ ਦੇ ਗੁਣ ਆਉਣ ਕਰਕੇ ਫਰਕ ਜਿਹੜੇ ਨੇ, ਵਿਭਿੰਨਤਾਵਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ। ਹੋਰ ਵਿਭਿੰਨਤਾਵਾਂ ਦੇ ਕਾਰਨ ਜਿਹੜੇ ਨੇ ਉਹ ਬੱਚੇ ਡੀਐਨਏ ਕਾਪੀ ਐਰਰ ਵੀ ਹੋ ਸਕਦਾ ਹੈ। ਜਦੋਂ ਸੈੱਲ ਜਿਹੜਾ ਹੈ ਆਪਣਾ ਰੈਪਲੀਕਾ ਸੈੱਲ ਬਣਾਉਂਦਾ ਹੈ ਤਾਂ ਉਸ ਸਮੇਂ ਵੀ ਕੀ ਹੈ, ਕੁਝ ਡੀਐਨਏ ਦੀ ਕਾਪੀ ਕਰਦੇ ਹੋਏ ਐਰਰ ਆ ਜਾਂਦੇ ਨੇ, ਜਿਹਦੇ ਕਰਕੇ ਵਿਭਿੰਨਤਾ ਆ ਜਾਂਦੀ ਹੈ। ਤੇ ਕੁਝ ਮਿਊਟੇਸ਼ਨ ਕਰਕੇ ਸਡਨ ਚੇਂਜ ਡੀਐਨਏ ਦੇ ਵਿੱਚ ਆ ਜੇ ਤਾਂ ਸੋ ਇਹ ਹੀ ਕਾਰਨ ਜਿਹੜੇ ਨੇ ਅੱਗੇ ਜਾ ਕੇ ਤੁਸੀਂ ਸਪੀਸੀਏਸ਼ਨ ਦੇ ਵਿੱਚ ਪੜੋਗੇ ਕਿ ਵੀ ਵਿਭਿੰਨਤਾਵਾਂ ਕਿਵੇਂ ਆਈਆਂ, ਕਿਵੇਂ ਅੱਗੇ ਤੋਂ ਅੱਗੇ ਨਵੀਆਂ ਪ੍ਰਜਾਤੀਆਂ ਜਿਹੜੀਆਂ ਨੇ ਉਹ ਬਣੀਆਂ। ਹੁਣ ਅਸੀਂ ਗੱਲ ਕਰਦੇ ਹਾਂ ਕਿ ਵੀ ਇਹ ਵਿਭਿੰਨਤਾਵਾਂ ਸਾਡੇ ਲਈ ਕਿਉਂ ਜ਼ਰੂਰੀ ਨੇ। ਤਾਂ ਬੱਚੇ ਸਭ ਤੋਂ ਪਹਿਲਾਂ ਹੈ ਕਿ ਵਿਭਿੰਨਤਾਵਾਂ ਜੀਵਾਂ ਨੂੰ ਉਹਨਾਂ ਦੇ ਬਦਲਦੇ ਵਾਤਾਵਰਣ ਵਿੱਚ ਢਾਲਣ ਦੇ, ਅਡੈਪਟ ਕਰਨ ਦੇ ਲਈ ਹੈਲਪਫੁਲ ਹੁੰਦੀਆਂ ਨੇ। ਕਿਵੇਂ? ਸੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਅਸੀਂ ਦੇਖ ਕੇ ਪਛਾਣ ਲੈਂਦੇ ਹਾਂ ਕਿ ਵੀ ਇਹ ਜਿਹੜਾ ਹੈ ਉਸ ਇਲਾਕੇ ਦਾ ਨਿਵਾਸੀ ਹੋਏਗਾ। ਸੋ ਬੱਚੇ ਜੇਕਰ ਅਸੀਂ ਅਫਰੀਕਨ ਕੰਟਰੀਜ਼ ਦੇ ਐਥਨਿਕ ਗਰੁੱਪਸ ਬਾਰੇ ਗੱਲ ਕਰੀਏ ਤਾਂ ਤੁਸੀਂ ਦੇਖਦੇ ਹੋਵੋਗੇ ਕਿ ਵੀ ਉਧਰ ਜਿਹੜੇ ਨੇ, ਜਿਹੜੀ ਨੱਕ ਦੀਆਂ ਨੋਸਟ੍ਰਿਲਸ ਨੇ, ਨਾਸਾਂ ਨੇ, ਇਹ ਚੌੜੀਆਂ ਹੁੰਦੀਆਂ ਨੇ। ਤੇ ਜੇਕਰ ਅਸੀਂ ਠੰਡੇ ਦੇਸ਼ਾਂ ਦੇ ਲੋਕਾਂ ਨੂੰ ਕੰਪੇਅਰ ਕਰੀਏ ਤਾਂ ਉਹਨਾਂ ਦੀ ਜਿਹੜੀ ਨੇਜ਼ਲ ਕੈਵਿਟੀ ਹੈ, ਜਿਹੜੇ ਇਹ ਨੋਸਟ੍ਰਿਲਸ ਨੇ, ਉਹ ਨੈਰੋ ਹੁੰਦੇ ਨੇ। ਇਹ ਕਿਉਂ? ਬੱਚੇ ਤੁਸੀਂ ਸਾਹ ਕਿਰਿਆ ਵਾਲੇ ਪਾਠ ਦੇ ਵਿੱਚ ਇਹ ਜਾਣਿਆ ਕਿ ਵੀ ਜਿਹੜੇ ਸਾਡੀਆਂ ਨੋਸਟ੍ਰਿਲਸ ਨੇ ਉਹਨਾਂ ਦੇ ਕੀ ਕੰਮ ਨੇ। ਨੋਸਟ੍ਰਿਲ ਦਾ ਇੱਕ ਤਾਂ ਕੰਮ ਸੀਗਾ 에ਅਰ ਨੂੰ ਫਿਲਟਰ ਕਰਨਾ, ਦੂਜਾ ਕੀ ਕੰਮ ਸੀਗਾ 에ਅਰ ਨੂੰ ਕੰਡੀਸ਼ਨ ਕਰਨਾ, 에ਅਰ ਕੰਡੀਸ਼ਨਰ ਦਾ ਵੀ ਕੰਮ ਕਰਦੀਆਂ ਨੇ। ਸੋ ਜਿਹੜੇ ਬਹੁਤ ਗਰਮ ਦੇਸ਼ ਨੇ ਜਿਵੇਂ ਕਿ ਅਫਰੀਕਾ ਹੋ ਗਿਆ, ਉਧਰ ਹਵਾ ਵੀ ਕੀ ਹੈ, ਬਹੁਤ ਜ਼ਿਆਦਾ ਗਰਮ ਹੋਏਗੀ। ਹੁਣ ਉਸ ਗਰਮ ਹਵਾ ਨੂੰ ਇਨਹੇਲ ਕਰਨਾ, ਉਹਦੇ ਨਾਲ ਕੀ ਹੋਏਗਾ ਕਿ ਜਿਹੜੀਆਂ ਸਾਡੀਆਂ ਨੇਜ਼ਲ ਦੀਆਂ ਇਨਰ ਲਾਈਨਿੰਗਸ ਨੇ ਉਹਨਾਂ ਤੇ ਇਫੈਕਟ ਪਏਗਾ। ਸੋ ਅਸੀਂ ਕਿਹਾ ਕਿ ਸਾਡੇ ਨੋਸਟ੍ਰਿਲ, ਨਾਸਾਂ ਜਿਹੜੀਆਂ ਨੇ ਉਹ ਕੀ ਕੰਮ ਕਰਦੀਆਂ ਨੇ, 에ਅਰ ਨੂੰ ਕੰਡੀਸ਼ਨ ਕਰਦੀਆਂ ਨੇ, ਹਵਾ ਨੂੰ ਅਨੁਕੂਲ ਕਰਦੀਆਂ ਨੇ ਬੋਡੀ ਦੇ। ਸੋ ਜਿੰਨੀਆਂ ਖੁੱਲੀਆਂ ਹੋਣਗੀਆਂ ਨੋਸਟ੍ਰਿਲਸ, ਉਨੀ ਹੀ ਹਵਾ ਜ਼ਿਆਦਾ ਸਰਕੂਲੇਟ ਹੋਏਗੀ, ਉਨੀ ਹੀ ਹਵਾ ਜਿਹੜੀ ਗਰਮ ਹਵਾ ਜਿੰਨੀ ਕੁ ਬੋਡੀ ਦੇ ਟੈਂਪਰੇਚਰ ਨੂੰ ਚਾਹੀਦੀ ਹੈ ਉਸ ਟੈਂਪਰੇਚਰ ਤੇ ਆ ਜਾਏਗੀ। ਸੋ ਹਵਾ ਨੂੰ ਕੀ ਗਰਮ ਤੋਂ ਵਾਰਮ ਕਰੇਗਾ। ਇਸੇ ਤਰ੍ਹਾਂ ਹੀ ਜਿਹੜੇ ਬਹੁਤ ਠੰਡੇ ਦੇਸ਼ ਨੇ ਉਹਨਾਂ ਦੇ ਜਿਹੜੇ ਨਿਵਾਸੀ ਨੇ, ਉਹਨਾਂ ਦੀ ਜਿਹੜੀ ਨੱਕ ਦੀ ਆ ਸ਼ੇਪ ਹੈ, ਜਿਹੜੀਆਂ ਨੋਸਟ੍ਰਿਲਸ ਨੇ ਉਹ ਨੈਰੋ ਨੇ। ਉਹ ਨੈਰੋ ਹੁੰਦਾ ਉਹਨਾਂ ਨੂੰ ਕੀ ਫਾਇਦਾ ਹੈ? ਬਿਲਕੁਲ ਉਹੀ ਕਿ ਠੰਡੀ ਹਵਾ ਜਿਹੜੀ ਹੈ ਉਹ ਕੀ ਹੈ, ਘੱਟ ਜਾਏਗੀ, ਜਿਹਦੇ ਨਾਲ ਕੀ ਹੋਏਗਾ ਕਿ ਵੀ ਉਹਨੂੰ ਵਾਰਮ ਅਪ ਹੋਣ ਦਾ ਟਾਈਮ ਮਿਲੇਗਾ। ਸੋ ਨੋਸਟ੍ਰਿਲ ਕਰਦੀਆਂ ਨੇ ਨਾ 에ਅਰ ਨੂੰ ਕੰਡੀਸ਼ਨ। ਸੋ ਬੱਚੇ ਇਸੇ ਕਰਕੇ ਅੱਡ-ਅੱਡ ਏਰੀਆ ਦੇ ਵਿੱਚ ਰਹਿਣ ਦੇ ਲਈ, ਉਸ ਵਾਤਾਵਰਣ ਦੇ ਵਿੱਚ ਆਪਣੇ ਆਪ ਨੂੰ ਅਡੈਪਟ ਕਰਨ ਦੇ ਲਈ ਕੀ ਨੇ, ਬਹੁਤ ਸਾਲ ਲੱਗੇ, ਪਰ ਬੋਡੀ ਨੇ ਕੁਝ ਚੇਂਜਸ ਜਿਹੜੀਆਂ ਨੇ ਉਹ ਅਡੈਪਟ ਕੀਤੀਆਂ। ਉਹੀ ਲੋਕ ਸਰਵਾਈਵ ਜਿਹੜੇ ਨੇ ਉਹ ਕਰ ਪਾਏ ਜਿਨ੍ਹਾਂ ਦੇ ਵਿੱਚ ਉਹ ਚੇਂਜਸ ਸੀਗੀਆਂ। ਇੱਕ ਹੋਰ ਉਦਾਹਰਨ ਲੈ ਲੈਂਦੇ ਹਾਂ ਅਸੀਂ। ਬੱਚੇ ਅਫਰੀਕਾ ਦੇ ਵਿੱਚ ਮਲੇਰੀਆ ਬਹੁਤ ਫੈਲਿਆ, ਪਰ ਉੱਥੇ ਉਹ ਲੋਕਾਂ ਦੀ ਪੋਪੂਲੇਸ਼ਨ ਦੇ ਵਿੱਚ ਵਾਧਾ ਹੁੰਦਾ ਗਿਆ ਜਿਨ੍ਹਾਂ ਦੇ ਵਿੱਚ ਸਿਕਲ ਸੈੱਲ ਐਨੀਮੀਆ ਨਾਮ ਦੀ ਬਿਮਾਰੀ ਸੀ। ਬੱਚੇ ਸਿਕਲ ਸੈੱਲ ਐਨੀਮੀਆ ਕੀ ਹੁੰਦਾ? ਵੈਸੇ ਤਾਂ ਜਿਹੜੀ ਆਰਬੀਸੀ ਦੀ ਸ਼ੇਪ ਹੁੰਦੀ, ਜਿਹੜੇ ਲਾਲ ਰਕਤਾਣੂ ਹੁੰਦੇ, ਉਹਦੀ ਰਾਉਂਡ ਹੁੰਦੀ ਹੈ, ਪਰ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਸਿਕਲ ਸੈੱਲ ਵਾਲੀ, ਉਹਨਾਂ ਦੇ ਵਿੱਚ ਆਰਬੀਸੀ ਦੀ ਸ਼ੇਪ ਜਿਹੜੀ ਹੈ ਸਿਕਲ ਸ਼ੇਪ ਹੁੰਦੀ ਹੈ। ਸਿਕਲ ਸ਼ੇਪ ਮਤਲਬ ਦਾਤੀ ਵਰਗੀ, ਠੀਕ ਹੈ। ਸੋ ਸਿਕਲ ਸੈੱਲ ਹੋਣ ਕਰਕੇ ਮਲੇਰੀਆ ਦਾ ਜਿਹੜਾ ਪੈਰਾਸਾਈਟ ਸੀਗਾ ਉਹਨੂੰ ਕੀ ਹੈ, ਉਹਦੇ ਵਿੱਚ ਸਰਵਾਈਵ ਕਰਨਾ ਕੀ ਹੋਇਆ, ਔਖਾ ਹੋਇਆ। ਸੋ ਇਸ ਸਿਕਲ ਸੈੱਲ ਐਨੀਮੀਆ ਵਾਲੇ ਪੀਪਲ ਜਿਹੜੇ ਸੀਗੇ ਉਹਨਾਂ ਦਾ ਸਰਵਾਈਵਲ ਰੇਟ ਨਾਰਮਲ ਵਾਲਿਆਂ ਨਾਲੋਂ, ਮਲੇਰੀਆ ਦੇ
ਨਾਲ ਮਰਨ ਵਾਲੀ ਗਿਣਤੀ ਜਿਹੜੀ ਸੀਗੀ ਉਹਨਾਂ ਦੀ ਸਿਕਲ ਸੈੱਲ ਵਾਲਿਆਂ ਦੀ ਕੀ ਸੀਗੀ, ਘੱਟ ਸੀਗੀ। ਸੋ ਇਸੇ ਤਰ੍ਹਾਂ ਹੀ ਜੇਕਰ ਅਸੀਂ ਪਹਾੜੀ ਇਲਾਕੇ ਦੇ ਲੋਕਾਂ ਵੱਲ ਨਜ਼ਰ ਮਾਰੀਏ ਤਾਂ ਉਹਨਾਂ ਦੀ ਜਿਹੜੀ ਚੈਸਟ ਹੁੰਦੀ ਹੈ, ਉੱਪਰ ਵਾਲਾ ਜਿਹੜਾ ਧੜ ਹੈ ਉਹ ਬਰੋਡ ਹੁੰਦਾ ਹੈ। ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਕਿਉਂ, ਕਿਉਂਕਿ ਉੱਪਰ ਜਿਵੇਂ ਜਿਵੇਂ ਜਾਂਦੇ ਆ ਤਾਂ ਹਵਾ ਦਾ ਜਿਹੜਾ ਦਬਾਅ ਹੈ ਉਹ ਕੀ ਹੋਏਗਾ, ਘਟਦਾ ਹੈ, ਜਿਹਦੇ ਕਰਕੇ ਕੀ ਹੈ, ਆਕਸੀਜਨ ਦੀ ਕੰਸੈਂਟ੍ਰੇਸ਼ਨ ਵੀ ਜਿਹੜੀ ਘਟਦੀ ਹੈ। ਸੋ ਜਿੰਨੀ ਜ਼ਿਆਦਾ ਉਹਨਾਂ ਦੀ ਲੰਗਸ ਜਿਹੜੀਆਂ ਨੇ ਡਿਵੈਲਪ ਹੋਣਗੀਆਂ, ਐਕਸਟੈਂਸ ਹੋਣਗੀਆਂ, ਉਨੀ ਹੀ ਉਹ ਜ਼ਿਆਦਾ ਹਵਾ ਜਿਹੜੀ ਹੈ ਅੰਦਰ ਲਿਜਾ ਪਾਉਣਗੇ। ਸੋ ਇਸ ਤਰ੍ਹਾਂ ਵਿਭਿੰਨਤਾਵਾਂ ਜਿਹੜੀਆਂ ਵੇਰੀਏਸ਼ਨਸ ਨੇ, ਜਿਹੜੇ ਸਾਡੇ ਇੱਕ ਤੋਂ ਦੂਜੇ ਨਾਲ ਫਰਕ ਲੱਗਦੇ ਨੇ, ਉਹ ਸਾਡੇ ਵਾਤਾਵਰਣ, ਅਸੀਂ ਕਿਵੇਂ ਦੇ ਵਾਤਾਵਰਣ 'ਚ ਰਹਿ ਰਹੇ ਹਾਂ ਉਸ ਕਰਕੇ ਵੀ ਹੁੰਦੇ ਨੇ। ਤੇ ਇਹ ਫਰਕ ਸਾਨੂੰ ਉਸ ਵਾਤਾਵਰਣ ਦੇ ਵਿੱਚ ਰਹਿਣ ਦੇ ਲਈ ਸਹਾਈ ਹੁੰਦੇ ਨੇ। ਸੋ ਤੁਸੀਂ ਵਾਤਾਵਰਣੀ ਦਾ ਪ੍ਰਭਾਵ ਜਿਹੜਾ ਵੇਰੀਏਸ਼ਨਸ ਤੇ ਕੀ ਹੁੰਦਾ ਉਹਦੇ ਬਾਰੇ ਜਾਣ ਚੁੱਕੇ ਹੋ। ਹੁਣ ਅਗਲੀ ਜਿਹੜੀ ਅਸੀਂ ਟਰਮ ਦੀ ਗੱਲ ਕਰਾਂਗੇ ਉਹ ਹੈ ਅਨੁਵੰਸ਼ਕੀ ਵਿਗਿਆਨ, ਜੈਨੇਟਿਕਸ। ਸੋ ਬੱਚਿਓ, ਜੈਨੇਟਿਕਸ ਕੀ ਹੈ? ਜੈਨੇਟਿਕਸ ਜੀਵ ਵਿਗਿਆਨ ਦੀ ਉਹ ਸ਼ਾਖਾ ਹੈ ਜਿਹਦੇ ਵਿੱਚ ਅਸੀਂ ਅਨੁਵੰਸ਼ਿਕਤਾ, ਹੈਰੀਡਿਟੀ ਤੇ ਵਿਭਿੰਨਤਾ, ਵੇਰੀਏਸ਼ਨ ਬਾਰੇ ਅਧਿਐਨ ਕਰਦੇ ਹਾਂ। ਸੋ ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਗੁਣ ਕਿਵੇਂ ਗਏ ਤੇ ਕਿਵੇਂ ਬਦਲਾਵ ਜਿਹੜੇ ਨੇ ਉਹ ਜੀਵਾਂ ਦੇ ਵਿੱਚ ਕੀ ਆ ਰਹੇ ਨੇ। ਇੱਕੋ ਹੀ ਪ੍ਰਜਾਤੀ ਦੇ ਵੇਰੀਏਸ਼ਨਸ ਬਾਰੇ ਅਸੀਂ ਜਾਣਦੇ ਹਾਂ। ਉਹ ਸਾਰੇ ਦਾ ਅਧਿਐਨ ਕਰਨ ਵਾਲੀ ਸਾਇੰਸ ਦੀ ਉਸ ਬ੍ਰਾਂਚ ਨੂੰ, ਉਸ ਸ਼ਾਖਾ ਨੂੰ ਅਸੀਂ ਬੋਲਦੇ ਹਾਂ ਜੈਨੇਟਿਕਸ। ਕਲੀਅਰ ਹੈ ਬੱਚੇ? ਸੋ ਜੈਨੇਟਿਕਸ ਅਨੁਵੰਸ਼ਕੀ ਵਿਗਿਆਨ ਕੀ ਹੈ? ਇਹ ਵਿਗਿਆਨ ਦੀ ਉਹ ਸ਼ਾਖਾ ਹੈ ਜਿਸ ਵਿੱਚ ਅਸੀਂ ਅਨੁਵੰਸ਼ਿਕਤਾ, ਹੈਰੀਡਿਟੀ ਤੇ ਵਿਭਿੰਨਤਾ, ਵੇਰੀਏਸ਼ਨ ਦਾ ਅਧਿਐਨ ਕਰਦੇ ਹਾਂ। ਕਲੀਅਰ ਹੈ ਬੱਚੇ? ਹੁਣ ਇੱਥੇ ਸਾਨੂੰ ਇਹ ਵੀ ਸਮਝਣਾ ਪਏਗਾ ਕਿ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਕਿਵੇਂ ਗੁਣ ਗਏ। ਬੱਚੇ ਤੁਸੀਂ ਕੁਝ ਸ਼ਬਦ ਰਲਦੇ ਮਿਲਦੇ ਸ਼ਬਦ ਜਿਹੜੇ ਨੇ ਉਹ ਸੁਣੇ ਨੇ, ਡੀਐਨਏ ਦੇ ਬਾਰੇ, ਜੀਨ ਹੈ ਕਿ ਜੀਨ ਜਿਹੜੇ ਨੇ ਸਾਨੂੰ ਸਾਡੇ ਮਾਪਿਆਂ ਤੋਂ ਮਿਲੇ, ਜੀਨ ਪਾਸ ਹੋ ਰਹੇ ਨੇ। ਆਖਿਰ ਇਹ ਡੀਐਨਏ ਕੀ ਹੈ, ਇਹ ਜੀਨ ਕੀ ਹੈ, ਇਸ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਥੋੜਾ ਜਿਹਾ ਕੀ ਹੈ ਦੱਸਣਾ ਚਾਹਾਂਗੀ। ਤਾਂ ਬੱਚਿਓ, ਤੁਸੀਂ 9ਵੀਂ ਕਲਾਸ ਦੇ ਵਿੱਚ ਸੈੱਲ ਪਾਠ ਦੇ ਵਿੱਚ ਪੜ੍ਹ ਚੁੱਕੇ ਹੋ ਕਿ ਸੈੱਲ ਦੇ ਸੈਂਟਰ ਦੇ ਵਿੱਚ ਕੀ ਹੁੰਦਾ ਹੈ, ਨਿਊਕਲੀਅਸ ਹੁੰਦਾ ਹੈ। ਯੂਕੈਰੀਓਟਸ ਜਿਹੜੇ ਨੇ, ਯੂਕੈਰੀਓਟਿਕ ਸੈਲਸ ਨੇ, ਉਹਨਾਂ ਦੇ ਵਿੱਚ ਕੀ ਹੁੰਦਾ ਹੈ, ਨਿਊਕਲੀਅਸ ਹੁੰਦਾ ਹੈ। ਤੇ ਨਿਊਕਲੀਅਸ ਨੂੰ ਅਸੀਂ ਕੰਟਰੋਲ ਸੈਂਟਰ ਵੀ ਕਹਿੰਦੇ ਆ। ਕੰਟਰੋਲ ਸੈਂਟਰ ਵੀ ਕਿਉਂ ਕਹਿੰਦੇ ਆ? ਕਿਉਂਕਿ ਨਿਊਕਲੀਅਸ ਦੇ ਅੰਦਰ ਕੀ ਹੁੰਦੇ ਨੇ, ਕ੍ਰੋਮੈਟਿਨ ਹੁੰਦੇ ਨੇ। ਪੜ੍ਹੇ ਸੀ ਨਾ ਅਨੁਵੰਸ਼ਕੀ ਪਦਾਰਥ ਕਿਹੜੇ ਹਨ 9ਵੀਂ ਜਮਾਤ ਦੇ ਵਿੱਚ, ਤਾਂ ਅਸੀਂ ਪੜ੍ਹਿਆ ਸੀ ਕ੍ਰੋਮੈਟਿਨ ਹੈ। ਕ੍ਰੋਮੈਟਿਨ ਕੀ ਨੇ? ਧਾਗੇ ਵਰਗੇ ਨੇ ਰਚਨਾਵਾਂ। ਤਾਂ ਬੱਚੇ, ਇਹ ਧਾਗੇ ਵਰਗੀਆਂ ਰਚਨਾਵਾਂ ਜਦੋਂ ਸੈੱਲ ਜਿਹੜਾ ਡਿਵੈਲਪ ਹੁੰਦਾ ਹੈ, ਸੈੱਲ ਦਾ ਵੀ ਵਿਕਾਸ ਹੁੰਦਾ ਹੈ, ਸੈੱਲ ਵੀ ਗਰੋ ਕਰਦਾ ਹੈ, ਵੱਡਾ ਹੁੰਦਾ ਹੈ, ਮੈਚੁਰ ਹੁੰਦਾ ਹੈ, ਡਿਵਾਈਡ ਕਰਨ ਲਈ ਰੈਡੀ ਹੁੰਦਾ ਹੈ, ਇੱਕ ਤੋਂ ਦੋ ਬਣਨ ਲਈ ਤਿਆਰ ਹੁੰਦਾ ਹੈ। ਤੇ ਜਦੋਂ ਸੈੱਲ ਦੀ ਕੀ ਹੈ ਇੱਕ ਖਾਸ ਸਟੇਜ ਤੇ, ਉਸ ਸਟੇਜ ਨੂੰ ਅਸੀਂ ਬੋਲਦੇ ਹਾਂ ਮੈਟਾਫੇਜ਼। ਉਸ ਖਾਸ ਸਟੇਜ ਦੇ ਉੱਤੇ, ਮੈਟਾਫੇਜ਼ ਦੇ ਉੱਤੇ ਜਿਹੜਾ ਇਹ ਕ੍ਰੋਮੈਟਿਨ ਪਦਾਰਥ ਹੈ, ਜਿਹੜੇ ਉਹ ਧਾਗੇ ਵਰਗੀਆਂ ਕੀ ਨੇ, ਰਚਨਾਵਾਂ ਨੇ, ਉਹ ਕੰਡੈਂਸ ਹੋ ਜਾਂਦੀਆਂ ਨੇ, ਉਹ ਸੰਘਣੀਆਂ ਹੋ ਜਾਂਦੀਆਂ ਨੇ, ਕੰਡੈਂਸ ਹੋ ਜਾਂਦੀਆਂ ਨੇ। ਉਸ ਨੂੰ ਅਸੀਂ ਬੋਲਦੇ ਹਾਂ ਕ੍ਰੋਮੋਜ਼ੋਮਸ। ਕੀ ਬੋਲਦੇ ਹਾਂ? ਕ੍ਰੋਮੋਜ਼ੋਮਸ। ਪੰਜਾਬੀ ਚ ਅਸੀਂ ਬੋਲਦੇ ਹਾਂ ਗੁਣਸੂਤਰ। ਬੱਚੇ, ਇਹ ਕ੍ਰੋਮੋਜ਼ੋਮਸ ਨਾਮ ਕਿਵੇਂ ਪਿਆ? ਤੁਸੀਂ 9ਵੀਂ ਜਮਾਤ 'ਚ ਪੜ੍ਹ ਚੁੱਕੇ ਹੋ ਕ੍ਰੋਮਾ ਸ਼ਬਦ ਬਾਰੇ। ਤਾਂ ਕ੍ਰੋਮਾ ਸ਼ਬਦ ਤੋਂ ਕੀ ਭਾਵ ਹੈ? ਰੰਗ, ਕਲਰ। ਜ਼ੋਮ ਮਤਲਬ ਬਾਡੀ। ਕਿਉਂਕਿ ਜਦੋਂ ਸਾਇੰਟਿਸਟ ਨੇ ਇਹਨੂੰ ਹਾਈ ਪਾਵਰ ਮਾਈਕਰੋਸਕੋਪ ਦੇ ਨੀਚੇ ਦੇਖਿਆ ਤੇ ਇਹਨੂੰ ਸਟੇਨ ਕਰਕੇ, ਜਿਹੜਾ ਇਹ ਰੰਗਲਾ ਪਦਾਰਥ ਦਿਖਦਾ ਸੀਗਾ, ਆਫਟਰ ਸਟੇਨਿੰਗ ਸੈੱਲ ਨੂੰ ਜਦੋਂ ਅਸੀਂ ਸਟੇਨ ਕਰਦੇ ਸੀਗੇ ਤਾਂ ਉੱਥੋਂ ਇਹਨੂੰ ਦੇ ਦਿੱਤਾ ਨਾਮ ਕ੍ਰੋਮ, ਕਿ ਜਿਹੜੀ ਬਾਡੀ ਵਿੱਚ ਰੰਗੀਨ ਜਿਹੜੀ ਹੈ ਦਿਖ ਰਹੀ ਹੈ, ਤਾਂ ਉੱਥੋਂ ਇਹਦਾ ਨਾਮ ਪੈ ਗਿਆ ਕ੍ਰੋਮੋਜ਼ੋਮਸ। ਸੋ ਕ੍ਰੋਮੋਜ਼ੋਮਸ ਕੀ ਨੇ? ਉਹ ਕ੍ਰੋਮੈਟਿਨ ਪਦਾਰਥ ਹੀ ਨੇ ਦਾ ਹੀ ਕੀ ਹੈ, ਕੰਡੈਂਸ ਫਾਰਮ ਹੈ। ਕਲੀਅਰ ਹੈ ਇੱਕ ਗੱਲ? ਸੋ ਕ੍ਰੋਮੋਜ਼ੋਮਸ ਜਿਹੜੇ ਨੇ ਉਹ ਅੱਗੋਂ ਕਿਸ ਦੇ ਬਣੇ ਨੇ? ਬੱਚੇ, ਕ੍ਰੋਮੋਜ਼ੋਮਸ ਅੱਗੋਂ ਬਣੇ ਨੇ ਡੀਐਨਏ ਤੇ ਪ੍ਰੋਟੀਨ ਦੇ। ਕ੍ਰੋਮੋਜ਼ੋਮ ਕਿਹਦੇ ਬਣੇ ਨੇ? ਡੀਐਨਏ ਤੇ ਪ੍ਰੋਟੀਨ ਦੇ। ਅੱਗੋਂ ਡੀਐਨਏ ਕੀ ਹੈ? ਡੀਐਨਏ ਬੱਚੇ ਇੱਕ ਪੌੜੀਨੁਮਾ ਸਟਰਕਚਰ ਹੈ। ਇਹ ਅੱਗੋਂ ਬਣਿਆ ਹੈ ਬੇਸ ਪੇਅਰਸ ਦਾ, ਤੇ ਬੇਸ ਜਿਹੜੇ ਨੇ ਉਹ ਮਿਲ ਕੇ ਬਣਾਉਂਦੇ ਨੇ ਜੀਨਸ। ਇੱਕ ਵਾਰੀ ਦੁਬਾਰਾ ਰਿਪੀਟ ਕਰ ਰਹੀ ਹਾਂ। ਸੈੱਲ ਦੇ ਅੰਦਰ ਨਿਊਕਲੀਅਸ, ਨਿਊਕਲੀਅਸ ਦੇ ਅੰਦਰ ਕ੍ਰੋਮੈਟਿਨ ਪਦਾਰਥ, ਕ੍ਰੋਮੈਟਿਨ ਪਦਾਰਥ ਜਦੋਂ ਸੰਘਣੇ ਹੁੰਦੇ, ਕੰਡੈਂਸ ਹੁੰਦੇ ਨੇ, ਉਹ ਕੀ ਬਣਾਉਂਦੇ ਨੇ? ਕ੍ਰੋਮੋਜ਼ੋਮ। ਕ੍ਰੋਮੋਜ਼ੋਮ ਕਿਹਦੇ ਬਣੇ ਹੋਏ ਨੇ ਅੱਗੋਂ? ਡੀਐਨਏ ਤੇ ਪ੍ਰੋਟੀਨਸ ਦੇ। ਪ੍ਰੋਟੀਨ ਦਾ ਕੰਮ ਸਿਰਫ ਡੀਐਨਏ ਨੂੰ ਬਾਈਂਡ ਕਰਨਾ ਵਾ। ਡੀਐਨਏ ਅੱਗੋਂ ਕੀ ਹੈ? ਕਈ ਸਾਰੇ ਬੇਸਿਸ ਦਾ ਬਣਿਆ ਹੋਇਆ ਹੈ, ਨਿਊਕਲੀਓਟਾਈਡਸ ਦਾ ਬਣਿਆ ਹੋਇਆ ਹੈ। ਉਹ ਬੇਸਿਸ ਜਿਹੜੇ ਨੇ ਉਹ ਕੀ ਨੇ? ਉਹ ਬੇਸਿਸ ਦਾ ਜਿਹੜੇ ਸੈਗਮੈਂਟਸ ਨੇ ਉਹਨਾਂ ਨੂੰ ਅਸੀਂ ਬੋਲਦੇ ਹਾਂ ਜੀਨਸ।
सो जिवें मैं क्या कि डीएनए एक पौड़ीनुमा स्ट्रक्चर है, तो डीएनए का जो पौड़ीनुमा स्ट्रक्चर है, कोई भी पौड़ी है, पौड़ी के जो रूम्स होंगे ने उन्होंने सैगमेंट्स होंदियां ने, खंड होंदे ने, रूम्स होंदे ने, उन्ने जीन्स। सो व्हाट आर जीन्स? जीन्स आर द सैगमेंट्स ऑफ डीएनए। जीन्स की ने डीएनए के छोटे छोटे खंडित की ने भाग ने, छोटे छोटे खंड ने डीएनए के, छोटे छोटे भाग ने, उन्होंने असीं की बोलते हैं? जीन्स बोलते हैं। ते कित्थे ने जीन्स? क्रोमोसोम दे उत्ते, गुणसूत्रां दे उत्ते, क्योंकि गुणसूत्र जिहड़े ने वो किहदे बने सीगे? डीएनए ते प्रोटीन्स दे। क्लियर है? ये एग्जामिनेशन पॉइंट ऑफ व्यू तो बहुत इंपॉर्टेंट क्वेश्चन है कि व्हाट आर जीन्स? जीन्स की ने बच्चे, जीन ही की हेरिडिटी दी आनुवंशिकता दी इकाई है। जीन की ने डीएनए दे ही छोटियां छोटियां सैगमेंट्स ने। सो सैगमेंट्स ऑफ डीएनए आर जीन्स। क्लियर है इन्नी को गल? तां हुण जीन की ने बच्चे, जीन साडी उस रेसिपी बुक वर्गी है जिहदे विच बहुत सारे खाना व्यंजन बनाउण दे की ने तरीके हुंदे ने। सो जीन भी की एक कोड है। एक काहदा कोड है? एक अड्ड तरह के प्रोटीन बनाने का कोड है। जीन की एक कोड है जिहड़ा एक खास स्पेसिफिक की बनाएगा, प्रोटीन बनाएगा। वो प्रोटीन जिहड़ा है वो की अगों बनाएगा? वो प्रोटीन अगों किसी भी ट्रेट नू, लक्षण नू कंट्रोल करेगा। सो साडे च जिन्ने भी गुण जिहड़े असीं गल कीते सी, मुहांदरा, नक दी शेप, वाल जिहड़े ने करली ने, सिल्की ने, स्ट्रेट है, ब्लैक है, ब्राउन है, शाइनी है, किदां दे ने, अख दा रंग की है, आइरिस का जिहड़ा कलर है, ब्लैक है, ब्राउन है, ब्लू है, ब्लड ग्रुप की होएगा, बहुत सारे लक्षण जिहड़े ने उन्हां सारिਆਂ ਨੂੰ कंट्रोल कौन करते हैं? जीन्स करते हैं। जीन्स किदां कंट्रोल करते हैं? जीन्स एक पर्टिकुलर प्रोटीन बनाउंदे ने। वो प्रोटीन जिहड़े ने वो अगों उन्हां ਨੂੰ लक्षणां ਨੂੰ, उन्हां ट्रेट्स ਨੂੰ कंट्रोल करते हैं। इत्थे तक क्लियर है बच्चे? सो जीन्स जिहड़े ने दीज आर फंक्शनल यूनिट्स ऑफ हेरिडिटी। ये फिजिकल यूनिट्स ने हेरिडिटी दी, फंक्शनल भी यही ने जिन्हां करके की ने एक पीढ़ी तो दूजी पीढ़ी तक लक्षण या ट्रेट या गुण जिहड़े ने वो पास हुंदे रहंदे ने। क्लियर है नी गल बच्चे? अनुवंशिकी विज्ञान, जेनेटिक्स की गल कीती सी कि इज द फादर। बच्चे अनुवंशिकी विज्ञान के फादर ने सर ग्रेगर जोहन मेंडल। इन्हां नूं असीं अनुवंशिकी विज्ञान का पितामह भी आखदे हां, फादर ऑफ मॉडर्न ह्यूमन जेनेटिक्स भी आखदे हां, मॉडर्न जेनेटिक्स भी आखदे हां। क्यों आखदे हां इन्हां नूं फादर ऑफ मॉडर्न जेनेटिक्स? बच्चे क्योंकि ये वो विज्ञानी सीगे, एक ऑस्ट्रियन मॉन्क सीगे जिन्हां ने सब तो पहली बार अनुवंशिकता के नियम कि अनुवंशिकता एक पीढ़ी तो दूजी पीढ़ी तक किवें जाणगे, वो उन्हां दे नियम जिहड़े सीगे उन्हां बारे डिटेल विच डिस्क्राइब कीता सीगा। ते कुछ रेशोज दित्तियां सीगियां कि किन्नियां संभावनावां ने कि एक पीढ़ी तो दूजी पीढ़ी तक वो गुणां दे जांदे ने। तां बच्चों इन्हें मेंडल, सर मेंडल ने सारी जिहड़ी स्टडी सीगी वो कीती सीगी पी प्लांट ते, मटर दे पौधे ते। बच्चे मटर दे पौधे नूं असीं साइंटिफिक लैंग्वेज दे विच पाइसन सैटिवम आखदे हां। की आखदे हां? पाइसन सैटिवम। तो ओहदी सारी स्टडी किहदे ते सीगी? मटर दे पौधे ते सीगी। हुण सवाल उठदा है कि उन्हें पी प्लांट ही क्यों चुनिया अपनी स्टडी वास्ते? तो बच्चों मेंडल ने पी प्लांट इसलिए भी चुनिया क्योंकि एक तो पी प्लांट का जो लाइफ साइकिल है वो छोटा होंदा है, उहदी कल्टीवेशन जिहड़ी है वो ईजी है, बहुत सारिया जनरेशन जिहड़ियां ने उहदियां असीं अचीव कर सकते हैं। जिवें मनुख की कहीए तो मनुख 100 सालों के वध तो वध असीं कितनी जनरेशन देख सकते हैं? 3 या 4। पर जेकर असीं मटर के पौधे की करांगे तो इहदियां जनरेशन का नंबर जिहड़ा है वो की बहुत ज़्यादा ले सकते हैं, जिहदे नाल असीं एक पीढ़ी तो दूजी पीढ़ी तक किवें लक्षण जा रहे हैं वो कई जनरेशन तक जिहड़े ने वो देख सकते हैं। दूजी गल कि इहदे विच 2 फॉर्म्स ही सीगियां, जिहड़े ट्रेट सीगे वो कॉन्ट्रास्टिंग सी। कॉन्ट्रास्टिंग मतलब जिवें कि उन्हें लिੱਤੀ हाइट जां तां मटर के पौधे जिहड़े सीगे वो लंबे सीगे जां मदरे सीगे, विच विचाले दे नहीं सीगे। जेकर असीं उहदी शेप की गल करिए मटर की, जां तां राउंड सीगे जां रिंकल्ड सीगे। सो कॉन्ट्रास्टिंग करैक्टर सीगे। सो उन्हें उन्होंने कॉन्ट्रास्टिंग ट्रेट्स वास्ते, करैक्टरिस्टिक्स वास्ते मटर का पौधा सब तो अच्छा जिहड़ा सीगा एक्सपैरीमेंट दे लई उसदे ऑब्जेक्ट सीगा उसको। क्लियर है नी गल? सो बच्चों उसने अपनी सारी स्टडी किहड़े प्लांट ते कीती? पी प्लांट ते। पी प्लांट नूं असीं अंग्रेजी भाषा दे विच की आखदे हां? साइंटिफिकली पाइसन सैटिवा।
ठीक है। सो बच्चों उन्हें स्टडी किद्दां कीती, सब तो पहला असी ये जानांगे। तो ਉਹਦੇ ਲਈ बच्चों उसने अपनी ही खेती करते ਸੀਗੇ, उन्होंने अपने ही खेत ਦੇ ਵਿੱਚ मटर ਦੇ पौधे उगाए तो उन्होंने बहुत ही कंट्रोल्ड करके क्रॉस ब्रीड कराया, पर परागन कराया। किदे किदे विच पर परागन कराया? एक लंबे पौधे दे विच ते एक मधरे पौधे दे विच। जदों उन्हें एक लंबे ते एक मधरे पौधे दे विच पर परागन क्रॉस पॉलीनेशन कराई तो उन्हें देखिया कि ਉਹਦੇ ਕੋਲੋਂ ਅਗਲੀ ਜਨਰੇਸ਼ਨ ਦੇ ਜਿਹੜੇ ਬੀਜ ਹੋਏ ਉਹਨਾਂ ਨੂੰ ਜਦੋਂ ਬੋਇਆ ਤਾਂ ਉਹਨੇ ਦੇਖਿਆ ਕਿ ਉਹਦੇ ਕੋਲ ਸਾਰੇ ਹੀ ਪੌਦੇ ਜਿਹੜੇ ਸੀਗੇ ਉਹਨਾਂ ਦੀ ਹਾਈਟ ਜਿਹੜੀ ਸੀਗੀ ਉਹ ਲੰਬੀ ਸੀਗੀ, ਸਾਰੇ ਹੀ ਪਲਾਂਟਸ ਜਿਹੜੇ ਸੀਗੇ ਉਹ ਟਾਲ ਸੀਗੇ। तो एक पेरेंट तो मधरा भी सीगा, पर ओदी अगली जिहड़ी जनरेशन आई वो सारी दी सारी की सीगी? टॉल सीगी। सो उन्हें उन्होंने पहली जनरेशन मान के उन्होंने असीं बोलते हैं F1 जनरेशन, फर्स्ट फीलियल जनरेशन। हुण जदों उन्हें जिहड़े वो सारे लंबे पौधे आए सीगे उस पीढ़ी दे उस लंबे पौधियां दी ही आपस दे विच सैल्फ पॉलीनेशन कराई, स्वै परागन कराया। तो जदों उन्हें आपस दे विच सैल्फ पॉलीनेट कराया तो उन्हें देखिया कि भी 75% तो लंबे सीगे पर 25% जिहड़े सीगे वो फिर भी की सीगे? मधरे सीगे। हुण इत्थे ये समझण वाली गल है बच्चे कि जिहड़ी पहली जनरेशन आई सीगी उहदे विच तां सारे ही दे सारे की सीगे? टॉल सीगे। सारे दे सारे ही 100% जनरेशन की सीगी? टॉल सीगी, लंबी सीगी। हुण वो टॉल दे ही जदों आपस दे विच सेल्फ पॉलीनेट कराए गए तो उन्हां दी 75% लंबी आई, 25% दे करीब जिहड़ा रेशो सीगा वो पौधियां दा वो जिहड़ा सीगा मधरा आया। हुण वो मधरा किवें रह गया? क्योंकि उन्हां दे पेरेंट्स सारे टॉल ने एक शब्द दिता कारक फैक्टर। उन्हें कहा कि कोई फैक्टर है जिहड़ा कि इन्हां गुणां नूं कंट्रोल करदा है तो वो फैक्टर कल्ला नहीं होएगा, वो पेयर दे विच होएगा, जोड़े दे विच होएगा। जोड़े च किदां? क्योंकि जदों सारी दी सारी पहली जनरेशन जिहड़ी सीगी वो टॉल आई, 100% टॉल जनरेशन सीगी। जदों सारी दी सारी जनरेशन जिहड़ी है टॉल आई तो ਉਹਦੇ ਨਾਲ ਕੀ ਹੋਇਆ ਬੱਚੇ कि भी ਉਹਨਾਂ ਦੇ ਮਾਪੇ ਦਾ ਟੌਲ ਸੀਗੇ। ਹੁਣ ਸਾਰੇ ਦੇ ਸਾਰੇ ਜਦੋਂ ਉਹ ਸੈਲਫ ਪੋਲੀਨੇਟ ਹੋਏ ਟੌਲ ਵਾਲੇ ਦੇ ਅੱਗੋਂ ਜਿਹੜੀ ਉਹਦੇ ਆਫਸਪ੍ਰਿੰਗਸ ਹੋਏ ਉਹਦੇ ਵਿੱਚ ਮਧਰੇ ਫਿਰ ਆ ਗਏ। ਇਹਦਾ ਮਤਲਬ ਜਿਹੜੇ ਟੌਲ ਸੀਗੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਮਧਰੇਪਨ ਵਾਲਾ ਜਿਹੜਾ ਸੀਗਾ ਉਹ ਗੁਣ ਜਿਹੜਾ ਸੀਗਾ ਉਹ ਕੀ ਰਹਿ ਗਿਆ? ਲੁਕਿਆ ਰਹਿ ਗਿਆ। ਸੋ ਜਦੋਂ ਉਹ ਗੁਣ ਜਿਹੜਾ ਸੀਗਾ ਉਹ ਲੁਕਿਆ ਰਹਿ ਗਿਆ ਇਹਦਾ ਮਤਲਬ ਉਹ ਕਾਰਕ ਜਿਹੜਾ ਸੀਗਾ ਉੱਥੇ ਉਹ ਲੁਕ ਗਿਆ। ਉਹਦਾ ਨੂੰ ਜਿਹੜਾ ਲੰਬੇਪਨ ਵਾਲਾ ਕਾਰਕ ਸੀਗਾ ਉਹਨੇ ਕੀ ਕਰਤਾ? ਦਬਾ ਦਿੱਤਾ। ਇੱਥੋਂ ਅਸੀਂ ਬੋਲਦੇ ਹਾਂ ਪ੍ਰਭਾਵੀ ਕਾਰਕ ਤੇ ਅਪ੍ਰਭਾਵੀ ਕਾਰਕ, ਡੋਮੀਨੈਂਟ ਤੇ ਰਿਸੈਸਿਵ। ਸੋ ਇੱਕ ਉਹਨੇ ਕਿਹਾ ਕਿ ਵੀ ਜੇਕਰ ਕਾਰਕ ਜਿਹੜੇ ਨੇ ਉਹ ਵੱਖਰੇ ਵੱਖਰੇ ਹੋਣ ਤਾਂ ਇੱਕ ਕਾਰਕ ਜਿਹੜਾ ਹੈ ਉਹ ਡੋਮੀਨੈਂਟ ਹੁੰਦਾ ਹੈ, ਦੂਜਾ ਜਿਹੜਾ ਰਿਸੈਸਿਵ। ਇੱਕ ਕਾਰਕ ਦੂਜੇ ਦੇ ਪ੍ਰਭਾਵਾਂ ਨੂੰ ਕੀ ਕਰ ਦਿੰਦਾ ਹੈ? ਦਬਾ ਦਿੰਦਾ ਹੈ। ਕਲੀਅਰ ਹੈ ਬੱਚੇ ਨੀ ਗੱਲ? ਇਹਨੂੰ ਅਸੀਂ ਇੱਕ ਕ੍ਰੋਸ ਦੇ ਰਾਹੀਂ ਕੀ ਇਹ ਸਮਝਦੇ ਹਾਂ? ਉਸ ਕ੍ਰੋਸ ਨੂੰ ਅਸੀਂ ਬੋਲਦੇ ਹਾਂ ਮੋਨੋ ਹਾਈਬ੍ਰਿਡ ਕ੍ਰੋਸ। ਮੋਨੋ ਮਤਲਬ ਸਿੰਗਲ। ਅਸੀਂ ਇੱਥੇ ਸਿਰਫ ਇੱਕ ਸਿੰਗਲ ਟ੍ਰੇਟ ਦੀ ਹੀ ਗੱਲ ਕਰ ਰਹੇ ਹਾਂ। ਅਸੀਂ ਇੱਥੇ ਸਿਰਫ ਗੱਲ ਕਰ ਰਹੇ ਹਾਂ ਉਸ ਪੌਦੇ ਦੀ ਲੰਬਾਈ ਦੇ ਬਾਰੇ ਹੀ। ਅਸੀਂ ਬਿਲਕੁਲ ਵੀ ਗੱਲ ਨਹੀਂ ਕਰ ਰਹੇ ਕਿ ਵੀ ਉਹਦੀ ਸੀਡ ਦੀ ਸ਼ੇਪ ਕਿਦਾਂ ਦੀ ਹੋਏਗੀ, ਉਸ ਪੌਦੇ ਦੇ ਫੁੱਲਾਂ ਦਾ ਰੰਗ ਕੀ ਹੋਏਗਾ। ਨਹੀਂ, ਅਸੀਂ ਸਿਰਫ ਇੱਕੋ ਹੀ ਟ੍ਰੇਟ ਨੂੰ ਲੈ ਕੇ ਗੱਲ ਕਰ ਰਹੇ ਹਾਂ, ਇਸ ਕਰਕੇ ਇਹਨੂੰ ਬੋਲਦੇ ਹਾਂ ਮੋਨੋ ਹਾਈਬ੍ਰਿਡ ਕ੍ਰੋਸ। ਸੋ ਉਹਨੇ ਕੀ ਕੀਤਾ? ਟੌਲ ਤੇ ਡਵਾਰਫ, ਲੰਬੇ ਤੇ ਮਧਰੇ ਲਿੱਤੇ। ਟੌਲ ਕਿਉਂਕਿ ਉਹਨੇ ਕਿਹਾ ਕਿ ਕੋਈ ਇੱਕ ਕਾਰਕ ਨਹੀਂ ਕਰਦਾ, ਕੋਈ ਦੋ ਕਾਰਕ ਹੋਣਗੇ, ਇੱਕ ਲੁਕਿਆ ਵੀ ਰਹਿ ਸਕਦਾ ਹੈ। ਇੱਥੇ ਉਹਨੇ ਹੋਮੋਜ਼ਾਈਗਸ ਲਿੱਤੇ, ਮਤਲਬ ਹੋਮੋਜ਼ਾਈਗਸ ਪਿਓਰ ਬਰੀਡਸ ਕਿਹੜੀਆਂ ਹੋ ਗਈਆਂ? ਜਿਹਦੇ ਵਿੱਚ ਦੋਵੇਂ ਹੀ ਕਾਰਕ ਜਿਹੜੇ ਨੇ ਇੱਕੋ ਜਿਹੇ ਨੇ। ਸੋ ਇਹਨੂੰ ਅਸੀਂ ਕੈਪੀਟਲ ਟੀ ਦੇ ਨਾਲ ਡਿਨੋਟ ਕਰਤਾ। ਜਿਹੜੇ ਡਵਾਰਫ ਸੀਗੇ ਉਹਨਾਂ ਨੂੰ ਅਸੀਂ ਮਧਰੇ ਪੌਦਿਆਂ ਨੂੰ ਉਹਨਾਂ ਦੇ ਕਾਰਕਾਂ ਨੂੰ ਫੈਕਟਰਸ ਨੂੰ ਅਸੀਂ ਸਮਾਲ ਟੀ ਦੇ ਨਾਲ ਡਿਨੋਟ ਕਰਤਾ। ਹੁਣ ਜਦੋਂ ਇਹਨੇ ਜਰਮ ਸੈਲਸ ਬਣਾਏ, ਮਤਲਬ ਜਦੋਂ ਇਹਨੇ ਜਨਨ ਸੈੱਲ ਬਣਾਏ ਤਾਂ ਇਹਨੇ ਜਨਨ ਸੈੱਲ ਦੇ ਵਿੱਚ ਇੱਕ ਦੇ ਵਿੱਚ ਇੱਕ ਜਾਏਗਾ, ਇੱਕ ਦੇ ਵਿੱਚ ਇੱਕ ਜਾਏਗਾ। ਮਿਓਟਿਕ ਡਿਵੀਜ਼ਨ ਹੁੰਦੀ ਹੈ, ਅੱਧੇ ਰਹਿ ਜਾਂਦੇ ਨੇ। ਸੋ ਕੈਪੀਟਲ ਟੀ ਇਹਦੇ ਜਿਹੜੇ ਸੀਗੇ ਜਰਮ ਸੈਲ ਦੇ ਵਿੱਚ ਕਿੱਦਾਂ ਜਾਣਗੇ? ਸਮਾਲ ਟੀ। ਹੁਣ ਇਹਨਾਂ ਨੂੰ ਜਦੋਂ ਇਹ ਆਏ ਕੀ ਆ ਗਿਆ? ਕੈਪੀਟਲ ਟੀ ਸਮਾਲ ਟੀ। ਇਹ ਕੈਪੀਟਲ ਟੀ ਜਿਹੜਾ ਵੱਡੇ ਅੱਖਰਾਂ 'ਚ ਟੀ ਲਿਖਿਆ ਵਾ, ਇਹਨੇ ਛੋਟੇ ਅੱਖਰਾਂ ਵਾਲਾ ਟੀ ਜਿਹੜਾ ਡਵਾਰਫ ਤੋਂ ਆਇਆ ਸੀਗਾ ਉਹਨੂੰ ਕੀ ਕਰ ਦਿੱਤਾ ਹੈ? ਦਬਾ ਦਿੱਤਾ ਹੈ। ਉਹਦੇ ਐਕਸਪ੍ਰੈਸ਼ਨ ਨੂੰ, ਉਹਦੇ ਪ੍ਰਭਾਵਾਂ ਨੂੰ ਕੀ ਕਰ ਦਿੱਤਾ ਹੈ? ਦਬਾ ਦਿੱਤਾ ਹੈ। ਇਸ ਕਰਕੇ ਸਾਰੇ ਦੇ ਸਾਰੇ ਪੌਦੇ ਜਿਹੜੇ ਸੀਗੇ 100% ਜਨਰੇਸ਼ਨ ਕੀ ਸੀਗੀ? ਟੌਲ ਸੀਗੀ। ਈਵਨ ਕਿ ਉਹ ਕੈਪੀਟਲ ਟੀ ਵੀ ਨਹੀਂ ਸੀਗੀ, ਉਹ ਕੀ ਸੀਗੀ? 1 ਕੈਪੀਟਲ ਟੀ 1 ਸਮਾਲ ਟੀ, ਮਤਲਬ ਇੱਕ ਪ੍ਰਭਾਵੀ ਕਾਰਕ
ਇੱਕ ਅਪ੍ਰਭਾਵੀ ਕਾਰਕ। ਇੱਥੇ ਪ੍ਰਭਾਵੀ ਕਾਰਕ ਜਿਹੜਾ ਸੀਗਾ ਉਹ ਕੈਪੀਟਲ ਟੀ ਨਾਲ ਲਿਖਿਆ ਹੈ। ਉਹਨੇ ਕੀ ਕੀਤਾ, ਇਹ ਸਮਾਲ ਟੀ ਜਿਹੜਾ ਅਪ੍ਰਭਾਵੀ ਕਾਰਕ ਸੀਗਾ, ਬੌਨੇਪਨ ਵਾਲਾ ਸੀਗਾ, ਲੱਛਣ ਨੂੰ ਕੰਟਰੋਲ ਕਰਦਾ, ਉਹਨੂੰ ਕੀ ਕਰ ਦਿੱਤਾ ਸੀਗਾ, ਦਬਾ ਦਿੱਤਾ ਸੀਗਾ। ਸੋ ਸਾਰੀ ਦੀ ਸਾਰੀ ਜਨਰੇਸ਼ਨ ਕੀ ਆ ਗਈ, ਟੌਲ ਆ ਗਈ। ਹੁਣ ਜਦੋਂ ਇਹ ਕੈਪੀਟਲ ਟੀ ਸਮਾਲ ਟੀ ਵਾਲੇ ਸਾਰੇ ਪੌਦੇ ਆ ਗਏ, ਹੁਣ ਜਦੋਂ ਇਹਨਾਂ ਨੂੰ ਆਪਸ ਵਿੱਚ ਸੈਲਫ ਪੋਲੀਨੇਟ ਕਰਾਇਆ ਤਾਂ ਇਹਨਾਂ ਦੇ ਕੀ ਸੀਗੇ, ਕੈਪੀਟਲ ਟੀ ਸਮਾਲ ਟੀ ਵਾਲਿਆਂ ਦੇ ਕੀ ਬਣਨਗੇ ਅੱਗੋਂ ਜਨਨ ਸੈੱਲ, ਇਹਨਾਂ ਦੇ ਬਣਨ ਕੈਪੀਟਲ ਟੀ ਸਮਾਲ ਟੀ ਤੇ ਕੈਪੀਟਲ ਟੀ ਸਮਾਲ ਟੀ। ਹੁਣ ਜਦੋਂ ਇਹ ਕੈਪੀਟਲ ਟੀ ਵਾਲੇ ਪੌਦੇ ਦੀ ਮੰਨ ਲਓ ਮੀਟਿੰਗ ਹੋਈ ਹੈ, ਇਹ ਬਣਨਗੇ ਕੀ ਆ ਜਾਏਗਾ, ਕੈਪੀਟਲ ਟੀ ਸਾਰੇ ਦੇ ਸਾਰੇ ਕੀ ਹੋ ਗਏ, ਟੌਲ। इधर भी की है, इधरों कैपिटल टी इधरों स्मॉल टी की आ गया, कैपिटल टी स्मॉल टी। कैपिटल टी की है, प्रभावी है, डोमिनेंट है, उन्हें स्मॉल टी वाले दे डवार्फ वाले दे एक्सप्रेशन ਨੂੰ ਕੀ ਕਰ ਦਿੱਤਾ ਹੈ, ਦਬਾ ਦਿੱਤਾ ਹੈ। ਤਾਂ ਸਾਰੇ ਦੇ ਸਾਰੇ ਫਿਰ ਵੀ ਕੀ ਦਿਖ ਰਹੇ ਨੇ, ਟੌਲ ਦਿਖ ਰਹੇ ਨੇ। ਜਿਵੇਂ ਬਾਹਰੀ ਰੂਪ ਤੋਂ ਦਿਖਦੇ ਹੁੰਦੇ ਨੇ, ਇਹਨੂੰ ਅਸੀਂ ਬੋਲਦੇ ਹਾਂ ਫੀਨੋਟਾਈਪ। ਕੀ ਬੋਲਦੇ ਹਾਂ, ਫੀਨੋਟਾਈਪ। ਠੀਕ ਹੈ, ਐਕਸਟਰਨਲੀ ਅਸੀਂ ਕਿਦਾਂ ਦੇ ਦਿਖ ਰਹੇ ਹਾਂ, ਤੇ ਇਹ ਟੌਲ ਦਿਖ ਰਹੇ ਨੇ। ਐਵੇਂ ਹੀ ਇਧਰੋਂ ਜੇਕਰ ਇਹ ਕੈਪੀਟਲ ਟੀ ਹੈ, ਇਧਰੋਂ दूजी पीढ़ी दे मेल या फीमेल का इधरों स्मॉल टी है, तो इधर क्या आ जाएगा, कैपिटल टी स्मॉल टी टॉल। फिर इधरों कैपिटल स्मॉल टी फॉर एग्जांपल जेकर ए मेटिंग करते हैं जनन सैल आपस दे विच, नर जनन सैल ते मादा जनन सैल, जिन्हां दे विच स्मॉल टी वाला जीन है या फैक्टर है या कारक है, तो वो की आ गया स्मॉल टी डवार्फ। सो टॉल कितने आ गए, गिनिए जरा, एक टॉल, 2 3। टॉल की है, फिनोटाइपिक रेशियो। सो फिनोटाइप टॉल वाले किन्ने हो गए, 3। डवार्फ वाला किन्ना हो गया, 1। इथों ये भी समझ लगता है कि ਜਿਹੜੇ ਅਪ੍ਰਭਾਵੀ ਕਾਰਕ ਨੇ ਇਹ ਸਿਰਫ ਆਪਣਾ ਪ੍ਰਭਾਵ ਉਦੋਂ ਹੀ ਦਿਖਾਉਂਦੇ ਨੇ ਜਦੋਂ ਕਿ ਉਹ ਜੋੜੇ ਦੇ ਵਿੱਚ ਆਣ, ਜਦੋਂ ਕਿ ਉਹ ਹੋਮੋਜ਼ਾਈਗਸ ਹੋਣ। ਇੱਥੇ ਸ਼ਬਦ ਵਰਤਿਆ ਸੀ ਹੋਮੋਜ਼ਾਈਗਸ, ਤੁਹਾਡੇ ਲਈ ਨਵੇਂ ਸ਼ਬਦ ਨੇ। ਹੋਮੋਜ਼ਾਈਗਸ ਦਾ ਮਤਲਬ ਬਿਲਕੁਲ ਇੱਕੋ ਜਿਹੇ, ਦੋਵੇਂ ਸਮਾਲ ਟੀ ਨੇ। ਹੈਟਰੋਜ਼ਾਈਗਸ ਦਾ ਮਤਲਬ ਕੀ ਹੋ ਗਿਆ, ਇੱਕ ਹੋਰ ਹੈ ਦੂਸਰਾ ਹੋਰ ਹੈ, ਹੈਟਰੋ ਹੈ, एक कैपिटल टी है दूजा स्मॉल टी है। तो जेकर ਅਸੀਂ ਇਹਨਾਂ ਦੀ ਫਿਨੋਟਾਈਪਿਕ ਰੇਸ਼ੋ ਦੀ ਗੱਲ ਕਰਦੇ ਹਾਂ, ਫਿਨੋਟਾਈਪਿਕ ਰੇਸ਼ੋ ਆਂਦੀ ਹੈ 3:1 ਟੌਲ ਤੇ ਡਵਾਰਫ ਦੀ। ਜੇਕਰ ਜੀਨੋਟਾਈਪਿਕ ਰੇਸ਼ੋ ਦੀ ਗੱਲ ਕਰਦੇ ਹਾਂ, ਜੀਨੋਟਾਈਪਿਕ ਮਤਲਬ ਜੀਨੋਟਾਈਪ, कैपिटल टी ਕਿੰਨੀ ਵਾਰੀ ਆਇਆ, ਸਿਰਫ ਇੱਕ ਵਾਰੀ ਆਇਆ। कैपिटल टी स्मॉल टी कितनी बारी आया, अपने क्रॉस चेक करो, 2 बारी आया। स्मॉल टी कितनी बारी आया, सिर्फ 1 बारी आया। सो जीनोटाइपिक रेशो 1:1, फिनोटाइपिक रेशो टॉल ते डवार्फ दी किन्नी रेशो आई, वो रेशो सीगी 3:1। क्लियर, इन्हों ਅਸੀਂ बोलते हैं मोनोहाइब्रिड क्रॉस। तो बच्चों मैंडल ने इसी तरह एक पीढ़ी तो दूजी पीढ़ी तक ट्रेट किद्दां जांदे ने ਉਹਦੇ ਬਾਰੇ ਦੱਸਿਆ। ਉਹਨੇ ਇੱਥੇ ਇੱਕ ਲਾਅ ਵੀ ਦਿੱਤਾ, ਲਾਅ ਆਫ ਡੋਮੀਨੈਂਸ, ਕਿ ਉਹਨੇ ਕਿਹਾ ਕਿ ਵੀ ਕਿਸੇ ਵੀ ਐਕਸਪ੍ਰੈਸ਼ਨ ਨੂੰ ਕੰਟਰੋਲ ਕਰਨ ਲਈ 2 ਕਾਰਕ ਹੁੰਦੇ ਨੇ, 2 ਫੈਕਟਰ ਹੁੰਦੇ ਨੇ। ਉਹਨਾਂ ਚੋਂ ਇੱਕ ਡੋਮੀਨੈਂਟ ਹੁੰਦਾ ਹੈ, ਇੱਕ ਰਿਸੈਸਿਵ। ਕਿ ਉਹ ਹੈਟਰੋਜ਼ਾਈਗਸ ਹੋਣ, ਮਤਲਬ ਵੱਖਰੇ ਵੱਖਰੇ ਹੋਣ, ਤਾਂ ਉਹਨਾਂ ਚੋਂ ਇੱਕ ਡੋਮੀਨੈਂਟ ਤੇ ਦੂਜਾ ਕੀ ਹੈ, ਰਿਸੈਸਿਵ ਹੈ, ਅਪ੍ਰਭਾਵੀ ਹੈ। ਤੇ ਜਿਹੜਾ ਡੋਮੀਨੈਂਟ ਹੈ, ਪ੍ਰਭਾਵੀ ਕਾਰਕ ਹੈ, ਉਹਨੇ ਅਪ੍ਰਭਾਵੀ ਰਿਸੈਸਿਵ ਵਾਲੇ ਕਾਰਕ ਨੂੰ ਕੀ ਕਰ ਦੇਣਾ, ਦਬਾ ਦੇਣਾ, ਉਹਦੇ ਐਕਸਪ੍ਰੈਸ਼ਨ ਨੂੰ ਦਬਾ ਦੇਣਾ। ਕਿਹਦਾ ਐਕਸਪ੍ਰੈਸ਼ਨ ਦਿਖੇਗਾ, ਸਿਰਫ ਡੋਮੀਨੈਂਟ ਵਾਲੇ ਦਾ ਐਕਸਪ੍ਰੈਸ਼ਨ ਦਿਖੇਗਾ। ਕਲੀਅਰ ਹੈ ਬੱਚਿਓ। ਸੋ ਇਥੋਂ ਲਾਅ ਆਫ ਡੋਮੀਨੈਂਸ ਆਇਆ। ਤੇ ਬੱਚਿਓ ਇਹਨਾਂ ਹੀ ਕਾਰਕਾਂ ਨੂੰ ਫੈਕਟਰ, ਕਿਉਂਕਿ ਉਸ ਸਮੇਂ ਮੈਂਡਲ ਨੂੰ ਪਤਾ ਨਹੀਂ ਸੀਗਾ, ਉਹਨੇ ਸ਼ਬਦ ਦਿੱਤਾ ਕਾਰਕ ਫੈਕਟਰ। ਇਹਨਾਂ ਹੀ ਕਾਰਕਾਂ ਫੈਕਟਰਸ ਨੂੰ ਸਨ 1909 ਦੇ ਵਿੱਚ ਜੋਹੈਨਸਨ ਨੇ, ਸਰ ਜੋਹੈਨਸਨ ਨੇ ਨਾਮ ਦਿੱਤਾ ਜੀਨ ਦਾ। ਇਹਨਾਂ ਕਾਰਕ, ਇਹਨਾਂ ਫੈਕਟਰਸ ਨੂੰ ਹੁਣ ਅਸੀਂ ਜੀਨ ਆਖਦੇ ਹਾਂ। ਜਿਹੜੇ ਅਸੀਂ ਕੈਪੀਟਲ ਟੀ ਜਾਂ ਸਮਾਲ ਟੀ ਕਹਿ ਰਹੇ ਸੀਗੇ, ਉਹ ਕੀ ਨੇ, ਫਿਰ ਜੀਨਸ ਨੇ, ਕਿਸੇ ਵੀ ਟ੍ਰੇਟ ਨੂੰ, ਪਾਰਟਿਕੂਲਰ ਟ੍ਰੇਟ ਨੂੰ ਕੰਟਰੋਲ ਕਰਨ ਲਈ। ਤਾਂ ਅਸੀਂ ਵੀ ਪੜ੍ਹ ਚੁੱਕੇ ਹਾਂ ਕਿ ਜੀਨ ਕਿੱਦਾਂ ਕੰਟਰੋਲ ਕਰਦੇ ਨੇ। ਅਸੀਂ ਪੜ੍ਹਿਆ ਕਿ ਜੀਨ ਕੀ ਨੇ, ਇੱਕ ਪਾਰਟਿਕੂਲਰ ਕੋਡ ਹੈ ਕਾਹਦਾ, ਪ੍ਰੋਟੀਨ ਬਣਾਉਣ ਦਾ। ਉਹ ਪ੍ਰੋਟੀਨ ਅੱਗੋਂ ਕੀ ਹੈ, ਉਸ ਟ੍ਰੇਟ ਨੂੰ, ਉਸ ਗੁਣ ਨੂੰ ਕੰਟਰੋਲ ਕਰਦਾ ਹੈ। ਸੋ ਮੈਂ ਆਸ ਕਰਦੀ ਹਾਂ ਕਿ ਬੱਚਿਓ ਤੁਹਾਨੂੰ ਇੱਥੋਂ ਤੱਕ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ। ਠੀਕ ਹੈ, ਥੈਂਕ ਯੂ।